ਡਾਕਟਰ ਅਮਰਜੀਤ ਕੌਰ ਸੰਧੂ ਦੀ ਕਿਤਾਬ ਜਾਪਾਨ ਵਿੱਚ ਜਨਜੀਵਨ ਅਤੇ ਸਿੱਖਿਆ ਦਾ ਮੇਰਾ ਅਨੁਭਵ ਦਾ ਅਗਲਾ ਤੇ ਆਖਰੀ ਭਾਗ 4। ਮਨੋਰੰਜਨ। ਸਾਡੇ ਦੇਸ਼ ਵਾਂਗ ਹੀ ਜਾਪਾਨ ਦੇ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਨਵੇਂ ਡਰਾਮੇ ਅਤੇ ਫਿਲਮਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ ਕਿ ਕਿਹੜੀ ਫਿਲਮ ਕਿਸ ਥੀਏਟਰ ਵਿੱਚ ਲੱਗੀ ਹੈ। ਇਸੇ ਤਰ੍ਹਾਂ ਹੀ ਨੁਮਾਇਸ਼ਾਂ, ਓਪੇਰਾ ਅਤੇ ਬੈਲੇ ਆਦਿ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਜਾਪਾਨ ਦੇ ਟ੍ਰੈਡੀਸ਼ਨਲ ਆਰਟਸ ਅਤੇ ਪਬਲਿਕ ਐਂਟਰਟੇਨਮੈਂਟ ਵਿੱਚ ਸਭ ਤੋਂ ਮਸ਼ਹੂਰ ਕਾਬੂਕੀ ਡਰਾਮਾ ਬੁਨਰਾਕੂ ਅਤੇ ਨੋਗਾਕੂ ਹਨ। ਕਾਬੂਕੀ ਡਰਾਮਾ ਇਹ ਡਰਾਮਾ ਕਰਨ ਲਈ ਬਹੁਤ ਵੱਡੀ ਸਟੇਜ ਦੀ ਜ਼ਰੂਰਤ ਹੁੰਦੀ ਹੈ। ਐਕਸ਼ਨ ਬੜਾ ਤੇਜ਼ ਅਤੇ ਲਗਾਤਾਰ ਹੁੰਦਾ ਹੈ। ਇਸ ਡਰਾਮੇ ਵਿੱਚ ਸਾਰੇ ਲੜਕੇ ਹੀ ਭਾਗ ਲੈਂਦੇ ਹਨ। ਲੜਕੀਆਂ ਵਾਲੇ ਰੋਲ ਵੀ ਲੜਕੇ ਹੀ ਕਰਦੇ ਹਨ, ਜਿਨ੍ਹਾਂ ਨੂੰ ਬਚਪਨ ਤੋਂ ਹੀ ਇਹ ਸਿਖਲਾਈ ਦਿੱਤੀ ਜਾਂਦੀ ਹੈ। ਕਾਬੂਕੀ ਡਰਾਮੇ ਦਾ ਸਮਾਂ 6 ਤੋਂ 10 ਘੰਟੇ ਤੱਕ ਦਾ ਹੁੰਦਾ ਹੈ, ਪਰ ਲਗਾਤਾਰ ਬੈਠਣਾ ਕੋਈ ਜ਼ਰੂਰੀ ਨਹੀਂ ਹੈ। ਬੁਨਰਾਕੂ ਇਹ ਇੱਕ ਪਪਟ ਡਰਾਮਾ ਹੈ, ਜੋ ਕਿ ਜਾਪਾਨ ਦਾ ਇੱਕ ਖਾਸ ਕਿਸਮ ਦਾ ਹੀ ਡਰਾਮਾ ਹੈ। ਵਿਦੇਸ਼ੀ ਇਸ ਨੂੰ ਘੱਟ ਹੀ ਪਸੰਦ ਕਰਦੇ ਹਨ। ਇਹ ਬਿਲਕੁਲ ਆਪਣੇ ਪੁਤਲੀਆਂ ਦੇ ਸ਼ੋਅ ਵਾਂਗ ਹੀ ਹੈ। ਨੋਗਾਕੂ ਜਾਂ ਨੋ ਇਹ ਜਾਪਾਨ ਦੇ ਸਟੇਜ ਆਰਟਾਂ ਵਿੱਚ ਸਭ ਤੋਂ ਪੁਰਾਣਾ ਹੈ। ਇਹ ਵੀ ਲੜਕਿਆਂ ਦੁਆਰਾ ਹੀ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਜ਼ਿਆਦਾ ਸਲੋ ਮੋਸ਼ਨਸ ਦਿਖਾਏ ਜਾਂਦੇ ਹਨ। ਇਸ ਵਿੱਚ ਭਾਗ ਲੈਣ ਵਾਲੇ ਰੰਗ ਬਿਰੰਗੇ ਜ਼ਰੀ ਦੇ ਕੱਪੜੇ ਅਤੇ ਲੱਕੜੀ ਦੇ ਮਾਸਕ ਪਾਉਂਦੇ ਹਨ। ਸਟੇਜ ਦੀ ਬੈਕ 'ਤੇ ਪਾਈਨ ਟਰੀ ਦੀ ਪੇਂਟਿੰਗ ਤੋਂ ਇਲਾਵਾ ਹੋਰ ਕੋਈ ਡੈਕੋਰੇਸ਼ਨ ਨਹੀਂ ਕੀਤੀ ਜਾਂਦੀ। ਸਟੇਜ 3 ਸਾਈਡਾਂ ਤੋਂ ਦਰਸ਼ਕਾਂ ਲਈ ਖੁੱਲ੍ਹੀ ਹੁੰਦੀ ਹੈ। ਨੋ ਨੂੰ ਸਮਝਣਾ ਵਿਦੇਸ਼ੀਆਂ ਲਈ ਅਤੇ ਕੁਝ ਜਾਪਾਨੀਆਂ ਲਈ ਵੀ ਮੁਸ਼ਕਲ ਹੁੰਦਾ ਹੈ। ਇਸ ਤੋਂ ਇਲਾਵਾ ਤਕਾਰਾਜ਼ੂਕਾ ਸ਼ਹਿਰ ਵਿੱਚ ਲੜਕੀਆਂ ਦਾ ਇੱਕ ਬਹੁਤ ਮਸ਼ਹੂਰ ਓਪੇਰਾ ਹੁੰਦਾ ਹੈ। ਅਸਲ ਵਿੱਚ ਨਾ ਤਾਂ ਇਹ ਪੱਛਮੀ ਸਟਾਈਲ ਦਾ ਓਪੇਰਾ ਹੈ ਅਤੇ ਨਾ ਹੀ ਕਲਾਸੀਕਲ ਜਾਪਾਨੀ ਡਰਾਮਾ ਹੈ। ਪੱਛਮੀ ਓਪੇਰਾ ਅਤੇ ਜਾਪਾਨੀ ਡਰਾਮੇ ਨੂੰ ਮਿਲਾ ਕੇ ਇਹ ਇੱਕ ਵੱਖਰੀ ਕਿਸਮ ਦਾ ਹੀ ਸਟੇਜ ਸ਼ੋਅ ਹੈ। ਇਸ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਲੜਕੀਆਂ ਅਣਵਿਆਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸ਼ੁਰੂ ਤੋਂ ਹੀ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਾਪਾਨੀ ਲੋਕਾਂ ਦਾ ਕਹਿਣਾ ਕਿ ਜੇ ਤੁਸੀਂ ਜਾਪਾਨ ਵਿੱਚ ਆ ਕੇ ਤਕਾਰਾਜ਼ੂਕਾ ਸ਼ੋਅ ਨਹੀਂ ਦੇਖਿਆ ਤਾਂ ਸਮਝੋ ਤੁਸੀਂ ਕੁਝ ਨਹੀਂ ਵੇਖਿਆ। ਮੇਰੇ ਆਪਣੇ ਖਿਆਲ ਵਿੱਚ ਵੀ ਇਹ ਕਾਫੀ ਹੱਦ ਤੱਕ ਠੀਕ ਹੈ। ਇਸ ਤੋਂ ਇਲਾਵਾ ਮਨੋਰੰਜਨ ਲਈ ਬਹੁਤ ਜ਼ਿਆਦਾ ਨਾਈਟ ਕਲੱਬ ਹਨ। ਇਹਨਾਂ ਵਿੱਚੋਂ ਕੁਝ ਅਜਿਹੇ ਵੀ ਹਨ ਜੋ ਸਾਰੀ ਰਾਤ ਖੁੱਲ੍ਹੇ ਰਹਿੰਦੇ ਹਨ। ਗੇਈਸ਼ਾ ਜਾਪਾਨ ਦੀਆਂ ਗੇਈਸ਼ਾ ਲੜਕੀਆਂ ਬਾਰੇ ਤਕਰੀਬਨ ਸਭ ਨੇ ਹੀ ਸੁਣਿਆ ਹੋਵੇਗਾ। ਗੇਈਸ਼ਾ ਇੱਕ ਹੋਸਟੈਸ ਐਂਟਰਟੇਨਰ ਨੂੰ ਕਹਿੰਦੇ ਨੇ। ਗੇਈਸ਼ਾ ਲੜਕੀਆਂ ਨੂੰ ਬਚਪਨ ਤੋਂ ਹੀ ਗਾਉਣ ਅਤੇ ਨੱਚਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਪ੍ਰੋਫੈਸ਼ਨ ਵਿੱਚ ਆਉਣ ਵਾਲੀਆਂ ਲੜਕੀਆਂ 7 ਜਾਂ 8 ਸਾਲ ਦੀ ਉਮਰ ਤੋਂ ਹੀ ਗੇਈਸ਼ਾ ਸਰਵੈਂਟ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ 20 ਸਾਲ ਦੀ ਉਮਰ ਤੱਕ ਇਹਨਾਂ ਦਾ ਟ੍ਰੇਨਿੰਗ ਪੀਰੀਅਡ ਹੀ ਚੱਲਦਾ ਹੈ। ਗੇਈਸ਼ਾ ਲੜਕੀਆਂ ਆਮ ਤੌਰ 'ਤੇ ਵੱਡੇ ਵੱਡੇ ਵਪਾਰੀ ਲੋਕਾਂ ਨੂੰ ਐਂਟਰਟੇਨਮੈਂਟ ਕਰਨ ਦਾ ਕੰਮ ਕਰਦੀਆਂ ਹਨ। ਜ਼ਿਆਦਾਤਰ ਗੇਈਸ਼ਾ ਲੜਕੀਆਂ ਸਾਰੀ ਉਮਰ ਵਿਆਹ ਨਹੀਂ ਕਰਵਾਉਂਦੀਆਂ, ਸਗੋਂ ਕਿਸੇ ਅਮੀਰ ਆਦਮੀ ਦੀ ਰਖੇਲ ਬਣ ਕੇ ਰਹਿੰਦੀਆਂ ਹਨ। ਇਸ ਵੇਲੇ ਜਾਪਾਨ ਵਿੱਚ 65,000 ਦੇ ਲਗਭਗ ਰਜਿਸਟਰਡ ਗੇਈਸ਼ਾ ਹਨ। ਗੇਈਸ਼ਾ ਲੜਕੀਆਂ ਨੂੰ ਵੀ ਸਮਾਜ ਵਿੱਚ ਓਨੀ ਹੀ ਇੱਜ਼ਤ ਮਿਲਦੀ ਹੈ ਜਿੰਨੀ ਕਿਸੇ ਹੋਰ ਨੌਕਰੀ ਕਰਨ ਵਾਲੀ ਲੜਕੀ ਨੂੰ। ਖੇਡਾਂ ਜੂਡੋ ਅਤੇ ਕਰਾਟੇ ਜਾਪਾਨ ਦੀਆਂ ਮਸ਼ਹੂਰ ਖੇਡਾਂ ਹਨ। ਇਸ ਤੋਂ ਇਲਾਵਾ ਪੱਛਮੀ ਖੇਡਾਂ ਗੋਲਫ, ਟੈਨਿਸ, ਫੁੱਟਬਾਲ ਅਤੇ ਬਾਸਕਟਬਾਲ ਵੀ ਖੇਡੀਆਂ ਜਾਂਦੀਆਂ ਹਨ। 19ਵੀਂ ਸਦੀ ਤੋਂ ਬੇਸਬਾਲ ਜਾਪਾਨ ਵਿੱਚ ਵੀ ਉਨਾ ਹੀ ਮਸ਼ਹੂਰ ਹੋ ਗਿਆ ਜਿੰਨਾ ਕਿ ਅਮਰੀਕਾ ਵਿੱਚ ਹੈ। ਜਾਪਾਨ ਦੀ ਅਸਲੀ ਕੌਮੀ ਖੇਡ ਸੂਮੋ ਯਾਨੀ ਫੈਟ ਪਾਵਰ ਰੈਸਲਿੰਗ ਹੈ, ਜਿਸ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਭਾਰ 250 ਤੋਂ 350 ਪਾਉਂਡ ਦੇ ਵਿੱਚ ਹੁੰਦਾ ਹੈ। ਸੂਮੋ ਦੇ 15 ਦਿਨ ਟੂਰਨਾਮੈਂਟ ਟੋਕੀਓ, ਨਗੋਇਆ, ਓਸਾਕਾ ਅਤੇ ਫੁਕੂਓਕਾ ਵਿੱਚ ਮੌਸਮ ਦੇ ਹਿਸਾਬ ਨਾਲ ਹੁੰਦੇ ਹਨ। ਅਜਾਇਬ ਘਰ ਅਤੇ ਬਾਗ ਜਾਪਾਨ ਵਿੱਚ ਲਗਭਗ 300 ਅਜਾਇਬ ਘਰ ਹਨ, ਜਿਨ੍ਹਾਂ ਵਿੱਚ ਜਾਪਾਨੀ ਆਰਟ ਜਾਂ ਵਿਦੇਸ਼ੀਆਂ ਦੀਆਂ ਪੇਂਟਿੰਗਸ ਦੀ ਨੁਮਾਇਸ਼ ਆਦਿ ਵੀ ਲਗਾਈ ਜਾਂਦੀ ਹੈ। ਤਕਰੀਬਨ ਹਰ ਇੱਕ ਅਜਾਇਬ ਘਰ ਮੰਦਰ ਜਾਂ ਸ਼ਰਾਈਨ ਦੇ ਨਾਲ ਹੀ ਇੱਕ ਜਾਪਾਨੀ ਬਾਗ ਵੀ ਬਣਾਇਆ ਹੋਇਆ ਹੈ। ਬਾਗ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਹਰੇਕ ਦਰਸ਼ਕ ਲਈ ਐਂਟਰੀ ਫੀਸ ਵੀ ਰੱਖੀ ਹੋਈ ਹੈ, ਤਾਂ ਕਿ ਇਸ ਤਰ੍ਹਾਂ ਜਮ੍ਹਾਂ ਹੋਇਆ ਫੰਡ ਬਾਗ ਦੀ ਸੁੰਦਰਤਾ ਵਧਾਉਣ ਲਈ ਵਰਤਿਆ ਜਾ ਸਕੇ। ਇਸੇ ਤਰ੍ਹਾਂ ਹੀ ਕਿਸੇ ਵੀ ਸ਼ਰਾਈਨ ਜਾਂ ਮੰਦਰ ਵਿੱਚ ਜਾਣ ਲਈ ਵੀ ਟਿਕਟ ਖਰੀਦਣੀ ਜ਼ਰੂਰੀ ਹੈ। ਕੁਆਇਟੋ ਅਤੇ ਨਾਰਾ ਇਤਿਹਾਸਕ ਸ਼ਰਾਈਨਸ ਅਤੇ ਮੰਦਰਾਂ ਲਈ ਕਾਫੀ ਮਸ਼ਹੂਰ ਹਨ। ਹੋਰਿਊਜੀ ਮੰਦਰ, ਜੋ ਦੁਨੀਆ ਦੀ ਸਭ ਤੋਂ ਪੁਰਾਣੀ ਲੱਕੜੀ ਦੀ ਬਣੀ ਹੋਈ ਇਮਾਰਤ ਹੈ, ਉਹ ਵੀ ਕਿਓਟੋ ਵਿੱਚ ਸਥਿਤ ਹੈ। ਜੈਪਨੀਜ਼ ਫਨਰਲ ਜਾਪਾਨ ਵਿੱਚ ਮਰਨ ਤੋਂ ਬਾਅਦ ਦੀਆਂ ਰਸਮਾਂ ਵੀ ਆਪਣੇ ਨਾਲੋਂ ਕਾਫੀ ਫਰਕ ਹਨ। ਮੌਤ ਵਾਲੇ ਘਰ ਅਫਸੋਸ ਕਰਨ ਜਾਣ ਵਾਲੇ ਕਾਲੇ ਕੱਪੜੇ ਪਾ ਕੇ ਜਾਣਾ ਜ਼ਰੂਰੀ ਹੈ।
ਔਰਤਾਂ ਕਾਲਾ ਸਕਰਟ, ਬਲਾਊਜ਼, ਕਾਲੀਆਂ ਜਰਾਬਾਂ ਤੇ ਗੁਰਗਾਬੀ ਪਾਉਂਦੀਆਂ ਹਨ। ਜੇ ਹੱਥ ਵਿੱਚ ਪਰਸ ਪਕੜਨਾ ਹੋਏ ਤਾਂ ਵੀ ਉਹ ਕਾਲੇ ਰੰਗ ਦਾ ਹੋਣਾ ਹੀ ਜ਼ਰੂਰੀ ਹੈ। ਔਰਤਾਂ ਅਫਸੋਸ ਕਰਨ ਜਾਣ ਵੇਲੇ ਸੋਨੇ ਜਾਂ ਚਾਂਦੀ ਦੇ ਗਹਿਣੇ ਨਹੀਂ ਪਾਉਂਦੀਆਂ, ਸਗੋਂ ਮੋਤੀਆਂ ਯਾਨੀ ਪਰਸ ਦੇ ਸੈੱਟ ਪਾਉਂਦੀਆਂ ਹਨ। ਇਸ ਤਰ੍ਹਾਂ ਆਦਮੀ ਕਾਲਾ ਪੈਂਟ ਕੋਟ, ਜਰਾਬਾਂ ਤੇ ਜੁੱਤੇ ਪਾਉਂਦੇ ਹਨ, ਪਰ ਕਮੀਜ਼ ਅਤੇ ਟਾਈ ਸਫੈਦ ਰੰਗ ਦੀ ਲਾਉਂਦੇ ਹਨ। ਜੇ ਹੱਥ ਵਿੱਚ ਰੁਮਾਲ ਪਕੜਨਾ ਹੋਵੇ ਤਾਂ ਰੁਮਾਲ ਚਿੱਟੇ ਰੰਗ ਦਾ ਹੁੰਦਾ ਹੈ। ਆਮ ਤੌਰ 'ਤੇ ਮ੍ਰਿਤਕ ਦੀ ਦੇਹ ਨੂੰ ਮੰਦਰ ਵਿੱਚ ਹੀ ਰੱਖਿਆ ਜਾਂਦਾ, ਕਿਉਂਕਿ ਘਰ ਛੋਟੇ ਹੋਣ ਕਰਕੇ ਅਫਸੋਸ ਕਰਨ ਆਉਣ ਵਾਲੇ ਲੋਕਾਂ ਨੂੰ ਤਕਲੀਫ ਹੁੰਦੀ ਹੈ। ਮ੍ਰਿਤਕ ਦੀ ਦੇਹ ਨੂੰ ਜਲਾਉਣ ਦੀ ਜ਼ਿੰਮੇਵਾਰੀ ਵੀ ਮੰਦਰ ਦੇ ਪੁਜਾਰੀਆਂ ਦੀ ਹੀ ਹੁੰਦੀ ਹੈ। ਮ੍ਰਿਤਕ ਨੂੰ ਬਿਜਲੀ ਦੇ ਝਟਕੇ ਨਾਲ ਜਲਾਇਆ ਜਾਂਦਾ ਹੈ। ਜਲਾਉਣ ਤੋਂ ਪਹਿਲਾਂ ਦੇਹ ਨੂੰ ਕੌਫਿਨ ਬਾਕਸ ਵਿੱਚ ਪਾ ਕੇ ਆਸ-ਪਾਸ ਪੂਰੀ ਸਜਾਵਟ ਕੀਤੀ ਜਾਂਦੀ ਹੈ। ਸਾਰੇ ਲੋਕ ਉਸ ਨੂੰ ਮੱਥਾ ਟੇਕਣ ਜਾਂਦੇ ਹਨ। ਜਲਾਉਣ ਤੋਂ ਬਾਅਦ ਪਰਿਵਾਰ ਦੇ ਮੈਂਬਰ ਅਸਥੀਆਂ ਚੁੱਕ ਕੇ ਦਬਾ ਦਿੰਦੇ ਹਨ, ਜਿੱਥੇ ਕਿ ਫਿਰ ਕਬਰ ਬਣਾਈ ਜਾਂਦੀ ਹੈ। ਅਫਸੋਸ ਕਰਨ ਜਾਣ ਵਾਲੇ ਲੋਕਾਂ ਨੂੰ ਮ੍ਰਿਤਕ ਦੇ ਪਰਿਵਾਰ ਨੂੰ ਕੁਝ ਨਾ ਕੁਝ ਧਨ ਦੇਣਾ ਪੈਂਦਾ ਹੈ। ਰਿਸ਼ਤੇ ਜਾਂ ਅਮੀਰੀ ਦੇ ਹਿਸਾਬ ਨਾਲ ਇਹ ਰਕਮ 10,000 ਯੈਨ ਤੋਂ ਲੈ ਕੇ 2 ਲੱਖ ਤੱਕ ਹੁੰਦੀ ਹੈ। ਆਪਣੇ ਦੇਸ਼ ਵਾਂਗ ਰੋਣ ਪਿੱਟਣ ਵਾਲੀ ਕੋਈ ਗੱਲ ਨਹੀਂ ਹੁੰਦੀ, ਸਗੋਂ ਮੌਤ ਨੂੰ ਉਹ ਲੋਕ ਬਾਕੀ ਫੰਕਸ਼ਨਾਂ ਦੀ ਤਰ੍ਹਾਂ ਹੀ ਮਨਾਉਂਦੇ ਹਨ। ਮ੍ਰਿਤਕ ਦੇ ਪਰਿਵਾਰ ਵੱਲੋਂ ਆਏ ਹੋਏ ਮਹਿਮਾਨਾਂ ਲਈ ਛੋਟਾ-ਮੋਟਾ ਤੋਹਫਾ ਦੇ ਕੇ ਵਿਦਾ ਕੀਤਾ ਜਾਂਦਾ ਹੈ। ਮੌਤ ਦੇ 1 ਮਹੀਨੇ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਉਹਨਾਂ ਲੋਕਾਂ ਦੇ ਘਰ ਜਾਂਦੇ ਹਨ ਜੋ ਅਫਸੋਸ ਕਰਨ ਆਏ ਸਨ ਅਤੇ ਉਹਨਾਂ ਨੂੰ ਉਹਨਾਂ ਵੱਲੋਂ ਦਿੱਤੇ ਹੋਏ ਧਨ ਦੇ ਤਕਰੀਬਨ ਅੱਧੇ ਹਿੱਸੇ ਦਾ ਕੋਈ ਨਾ ਕੋਈ ਤੋਹਫਾ ਦੇ ਕੇ ਆਉਂਦੇ ਹਨ। ਅਡਲਟਸ ਡੇ ਜਾਪਾਨ ਵਿੱਚ ਹਰ ਸਾਲ 15 ਜਨਵਰੀ ਨੂੰ ਅਡਲਟਸ ਡੇ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਲੜਕੇ ਤੇ ਲੜਕੀਆਂ ਨੂੰ ਸਨਮਾਨਿਤ ਕਰਨ ਲਈ ਮਨਾਉਂਦੇ ਹਨ ਜਿਹੜੇ ਉਸ ਸਾਲ 20 ਸਾਲ ਦੀ ਉਮਰ ਪੂਰੀ ਕਰ ਲੈਂਦੇ ਹਨ। ਇਹ ਦਿਨ ਸਾਰੇ ਜਾਪਾਨ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਲੜਕੀਆਂ ਨਵੀਆਂ ਕਿਮੋਨੋ ਪਾ ਕੇ ਬੜੀਆਂ ਖੁਸ਼ ਨਜ਼ਰ ਆਉਂਦੀਆਂ ਹਨ। ਲੜਕੇ ਇਸ ਦਿਨ ਤੋਂ ਟਾਈ ਲਗਾਉਣੀ ਸ਼ੁਰੂ ਕਰ ਦਿੰਦੇ ਹਨ। ਇਸ ਦਿਨ ਤੋਂ 20 ਸਾਲ ਦੇ ਲੜਕੇ ਜਾਂ ਲੜਕੀ ਨੂੰ ਆਜ਼ਾਦ ਐਲਾਨਿਆ ਜਾਂਦਾ ਹੈ। ਇਸੇ ਦਿਨ ਤੋਂ ਹੀ ਉਹ ਸ਼ਰਾਬ ਜਾਂ ਸਿਗਰਟ ਪੀਣਾ ਸ਼ੁਰੂ ਕਰ ਸਕਦੇ ਹਨ। 20 ਸਾਲ ਦੀ ਉਮਰ ਤੋਂ ਲੜਕੇ ਲੜਕੀਆਂ ਆਪਣੇ ਮਾਂ-ਬਾਪ ਤੋਂ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਹਨ। ਵਿਆਹ ਸ਼ਾਦੀਆਂ ਵਿਆਹ ਲਈ ਆਪਣੇ ਜੀਵਨ ਸਾਥੀ ਦੀ ਚੋਣ ਲੜਕੇ ਲੜਕੀਆਂ ਆਪਣੇ ਆਪ ਹੀ ਕਰਦੇ ਹਨ। ਮਾਂ-ਬਾਪ ਦਾ ਇਸ ਵਿੱਚ ਬਹੁਤ ਘੱਟ ਰੋਲ ਹੁੰਦਾ ਹੈ, ਪਰ ਨਵੇਂ ਵਿਆਹੇ ਜੋੜੇ ਨੂੰ ਚੰਗੀ ਤਰ੍ਹਾਂ ਸੈੱਟ ਕਰਨ ਲਈ ਲੜਕੇ ਤੇ ਲੜਕੀ ਦੋਹਾਂ ਦੇ ਮਾਂ-ਬਾਪ ਵੱਲੋਂ ਹੀ ਤਕਰੀਬਨ ਬਰਾਬਰ ਦੀ ਮਦਦ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਾਂਗ ਦਾਜ ਮੰਗਣ ਜਾਂ ਦੇਣ ਦਾ ਰਿਵਾਜ਼ ਨਹੀਂ। ਵਿਆਹ ਮੰਦਰਾਂ ਜਾਂ ਗਿਰਜਾ ਘਰ ਵਿੱਚ ਹੀ ਕੀਤਾ ਜਾਂਦਾ ਹੈ। ਵਿਆਹ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੁੰਦਾ ਹੈ ਕਿ ਕਿੰਨੇ ਮੈਂਬਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ, ਤਾਂ ਕਿ ਪ੍ਰਬੰਧ ਉਸੇ ਹਿਸਾਬ ਨਾਲ ਹੀ ਕੀਤਾ ਜਾਵੇ। ਜਾਪਾਨੀ ਲੋਕ ਸਮੇਂ ਦੇ ਵੀ ਬੜੇ ਪਾਬੰਦ ਹਨ। ਕਦੇ ਵੀ ਇਹ ਦੇਖਣ ਵਿੱਚ ਨਹੀਂ ਆਇਆ ਕਿ ਕਿਸੇ ਫੰਕਸ਼ਨ 'ਤੇ ਮੁੱਖ ਮਹਿਮਾਨ ਲੇਟ ਹੋ ਜਾਵੇ। ਰੋਜ਼ਾਨਾ ਜ਼ਿੰਦਗੀ ਵਿੱਚ ਵੀ ਹਰ ਇੱਕ ਕੰਮ ਬੜਾ ਸਮੇਂ ਸਿਰ ਕੀਤਾ ਜਾਂਦਾ ਹੈ। ਗੱਡੀਆਂ ਬੱਸਾਂ ਦਾ ਵੀ ਕਦੇ ਲੇਟ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸਮੇਂ ਦੀ ਕੈਲਕੂਲੇਸ਼ਨ ਦਾ ਸਭ ਤੋਂ ਵਧੀਆ ਤਜਰਬਾ ਟੋਕੀਓ ਡਿਜ਼ਨੀਲੈਂਡ ਵਿੱਚ ਹੋਇਆ ਸੀ, ਜਿੱਥੇ ਹਰ ਇੱਕ ਜਗ੍ਹਾ ਨੂੰ ਦੇਖਣ ਲਈ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਧੱਕੇ ਮੁੱਕੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਰੇ ਲੋਕ ਆਰਾਮ ਨਾਲ ਲਾਈਨ ਵਿੱਚ ਖੜ੍ਹਦੇ ਹਨ ਤੇ ਨੰਬਰਵਾਰ ਅੱਗੇ ਚੱਲਦੇ ਜਾਂਦੇ ਹਨ। ਦੇਖਣ ਵਾਲੀ ਜਗ੍ਹਾ ਵਿੱਚ ਦਾਖਲ ਹੋਣ ਵਾਲੇ ਦਰਵਾਜ਼ੇ ਤੋਂ ਕੁਝ ਦੂਰੀ ਦੇ ਫਾਸਲੇ 'ਤੇ ਲਿਖ ਕੇ ਲਗਾਇਆ ਗਿਆ ਹੈ ਕਿ ਇੱਥੋਂ ਲੈ ਕੇ 25 ਮਿੰਟ ਲੱਗਣਗੇ ਜਾਂ 30 ਮਿੰਟ ਲੱਗਣਗੇ ਜਾਂ ਕਿਸੇ ਜਗ੍ਹਾ 45 ਮਿੰਟ ਵੀ ਲੱਗਣਗੇ। ਠੀਕ ਉਨੇ ਹੀ ਮਿੰਟ ਦਰਵਾਜ਼ੇ ਤੱਕ ਪਹੁੰਚਣ ਲਈ ਲੱਗਦੇ ਹਨ। ਨਿਊ ਈਅਰ ਸੈਲੀਬ੍ਰੇਸ਼ਨਸ ਜਦੋਂ ਹੀ ਸਾਲ ਖਤਮ ਹੋਣ ਵਾਲਾ ਹੁੰਦਾ ਹੈ ਤਾਂ ਜਾਪਾਨ ਦੀਆਂ ਕੁਝ ਸਾਲਾਨਾ ਰਸਮਾਂ ਸ਼ੁਰੂ ਹੋ ਜਾਂਦੀਆਂ ਹਨ। ਦਸੰਬਰ ਦਾ ਸਾਰਾ ਮਹੀਨਾ ਹੀ ਈਅਰ ਐਂਡ ਸੈਲੀਬ੍ਰੇਸ਼ਨਸ ਵਿੱਚ ਤੇ ਫਿਰ ਨਵੇਂ ਸਾਲ ਨੂੰ ਮਨਾਉਣ ਦੀ ਤਿਆਰੀ ਵਿੱਚ ਬੀਤਦਾ ਹੈ। ਹਰ ਇੱਕ ਡਿਪਾਰਟਮੈਂਟ ਵਿੱਚ ਈਅਰ ਐਂਡ ਪਾਰਟੀਜ਼ ਹੁੰਦੀਆਂ ਹਨ। ਇਸੇ ਤਰ੍ਹਾਂ ਰਿਸ਼ਤੇਦਾਰਾਂ, ਗੁਆਂਢੀਆਂ ਤੇ ਦੋਸਤਾਂ ਮਿੱਤਰਾਂ ਨਾਲ ਵੀ ਸਾਲ ਖਤਮ ਹੋਣ ਦੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਹਨ। 20 ਦਸੰਬਰ ਤੱਕ ਇਹਨਾਂ ਪਾਰਟੀਆਂ ਤੋਂ ਵਿਹਲੇ ਹੋ ਕੇ ਫਿਰ ਕ੍ਰਿਸਮਸ ਤੇ ਨਵੇਂ ਸਾਲ ਨੂੰ ਮਨਾਉਣ ਦੀ ਤਿਆਰੀ ਕੀਤੀ ਜਾਂਦੀ ਹੈ। ਜਾਪਾਨ ਵਿੱਚ ਕ੍ਰਿਸਚੀਅਨਸ ਚਾਹੇ ਬਹੁਤ ਘੱਟ ਹਨ, ਪਰ ਕ੍ਰਿਸਮਸ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕ੍ਰਿਸਮਸ ਵਾਲੇ ਦਿਨ ਜਾਪਾਨ ਵਿੱਚ ਛੁੱਟੀ ਨਹੀਂ ਹੁੰਦੀ, ਇਸ ਕਰਕੇ ਦਫ਼ਤਰ ਟਾਈਮ ਤੋਂ ਬਾਅਦ ਹੀ ਕ੍ਰਿਸਮਸ ਪਾਰਟੀ ਹੁੰਦੀ ਹੈ। ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਸਾਰੇ ਘਰ ਦੀ ਸਫਾਈ ਕੀਤੀ ਜਾਂਦੀ ਹੈ। ਘਰ ਦੀ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਤੇ ਫਾਲਤੂ ਸਮਾਨ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਘਰ ਛੋਟੇ ਹੋਣ ਕਰਕੇ ਜਾਪਾਨੀ ਲੋਕ ਜ਼ਰੂਰਤ ਦੀਆਂ ਚੀਜ਼ਾਂ ਹੀ ਘਰ ਵਿੱਚ ਰੱਖਦੇ ਹਨ। ਘਰ ਨੂੰ ਪੇਂਟ ਕਰਕੇ ਲੋੜ ਪੈਣ 'ਤੇ ਤਤਾਮੀਆਂ ਤੇ ਕਾਗਜ਼ ਦੇ ਦਰਵਾਜ਼ੇ ਵੀ ਬਦਲੇ ਜਾਂਦੇ ਹਨ। 29-30 ਦਸੰਬਰ ਤੋਂ ਖਾਣੇ ਬਣਾਉਣ ਦਾ ਕੰਮ ਸ਼ੁਰੂ ਹੁੰਦਾ ਹੈ। ਖਾਣ ਪੀਣ ਦਾ ਬਹੁਤ ਸਾਰਾ ਸਮਾਨ ਇਕੱਠਾ ਹੀ ਖਰੀਦ ਕੇ ਰੱਖ ਲਿਆ ਜਾਂਦਾ ਹੈ, ਕਿਉਂਕਿ ਫਿਰ
1 ਤੋਂ 4 ਜਨਵਰੀ ਤੱਕ ਸਾਰੇ ਬਾਜ਼ਾਰ ਬੰਦ ਰਹਿੰਦੇ ਹਨ। ਸਪੈਸ਼ਲ ਕਿਸਮ ਦੇ ਰਾਈਸ ਕੇਕ ਬਣਾਏ ਜਾਂਦੇ ਹਨ। ਨਵੇਂ ਸਾਲ ਦੀ ਸਜਾਵਟ ਲਈ ਸਟਾਰ ਰੂਪ ਨਾਲ ਸਫੈਦ ਕਾਗਜ਼ ਦੀਆਂ ਸਟ੍ਰਿਪਸ ਲਗਾ ਕੇ ਉਹਨਾਂ ਨੂੰ ਘਰ ਦੇ ਦਰਵਾਜ਼ਿਆਂ ਅੱਗੇ ਲਟਕਾਇਆ ਜਾਂਦਾ ਹੈ। ਪਾਈਨਸ ਅਤੇ ਬਾਂਸ ਦੀਆਂ ਟਾਹਣੀਆਂ ਦਾ ਅਰੇਂਜਮੈਂਟ ਵੀ ਘਰ ਦੇ ਦਰਵਾਜ਼ੇ ਅੱਗੇ ਰੱਖਿਆ ਜਾਂਦਾ ਹੈ। ਇਹ ਸਾਰੇ ਵਹਿਮ ਬੁਰੀਆਂ ਰੂਹਾਂ ਨੂੰ ਦੂਰ ਰੱਖਣ ਲਈ ਅਤੇ ਪਰਿਵਾਰ ਦੇ ਜੀਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਦੁਆ ਕਰਨ ਲਈ ਕੀਤੇ ਜਾਂਦੇ ਹਨ। ਆਮ ਤੌਰ 'ਤੇ ਪਰਿਵਾਰ ਦੇ ਸਾਰੇ ਮੈਂਬਰ ਨਵੇਂ ਸਾਲ ਵੇਲੇ ਆਪਣੇ ਘਰ ਵਿੱਚ ਇਕੱਠੇ ਹੁੰਦੇ ਹਨ। ਨਵੇਂ ਸਾਲ ਦੀ ਰਾਤ ਨੂੰ ਘਰ ਦੇ ਸਾਰੇ ਮੈਂਬਰ ਆਮ ਤੌਰ 'ਤੇ ਟੈਲੀਵਿਜ਼ਨ ਦੁਆਲੇ ਬੈਠ ਕੇ ਖਾਸ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਹਨ ਅਤੇ ਨਾਲ-ਨਾਲ ਹੀ ਖਾਣ ਪੀਣ ਦਾ ਪ੍ਰੋਗਰਾਮ ਵੀ ਜਾਰੀ ਰਹਿੰਦਾ ਹੈ। ਅੱਧੀ ਰਾਤ ਵੇਲੇ ਜ਼ਿਆਦਾਤਰ ਲੋਕ ਬੁੱਧ ਦੇ ਮੰਦਰਾਂ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ। ਜੋ ਨਹੀਂ ਜਾ ਸਕਦੇ ਉਹਨਾਂ ਦੀ ਸਹੂਲਤ ਲਈ ਟੈਲੀਵਿਜ਼ਨ ਦੇ ਸਾਰੇ ਸਟੇਸ਼ਨ ਮੰਦਰਾਂ ਦੇ ਪ੍ਰੋਗਰਾਮਾਂ ਦਾ ਲਾਈਵ ਟੈਲੀਕਾਸਟ ਪੇਸ਼ ਕਰਦੇ ਹਨ। ਮੰਦਰ ਦਾ ਪੁਜਾਰੀ 108 ਵਾਰ ਘੰਟੀ ਵਜਾਉਂਦਾ ਹੈ। ਉਹਨਾਂ ਦੇ ਵਹਿਮ ਅਨੁਸਾਰ ਇਸ ਸੰਸਾਰ ਵਿੱਚ 108 ਦੁਨਿਆਵੀ ਬੁਰਾਈਆਂ ਹਨ ਅਤੇ ਇੱਕ ਘੰਟੀ ਵੱਜਣ ਨਾਲ ਇੱਕ ਬੁਰਾਈ ਦਾ ਖਤਮ ਹੋਣਾ ਸਮਝਿਆ ਜਾਂਦਾ ਹੈ। ਨਵੇਂ ਸਾਲ ਦੀ ਸਵੇਰ ਹੋਰ ਵੀ ਜ਼ੋਰ ਸ਼ੋਰ ਨਾਲ ਹੁੰਦੀ ਹੈ। ਸਾਕੀ ਦੀਆਂ ਨਵੀਆਂ ਬੋਤਲਾਂ ਖੁੱਲ੍ਹਦੀਆਂ ਹਨ। ਕੁਝ ਇਲਾਕਿਆਂ ਵਿੱਚ ਘਰ ਦਾ ਮੁਖੀਆ ਸਵੇਰੇ ਉੱਠ ਕੇ ਨਵੇਂ ਸਾਲ ਦਾ ਪਹਿਲਾ ਪਾਣੀ ਖੂਹ ਤੋਂ ਲੈ ਕੇ ਆਉਂਦਾ ਹੈ। ਨਵੇਂ ਸਾਲ 'ਤੇ ਰਾਜੇ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉਹ ਨਵੇਂ ਸਾਲ ਦੀ ਸਵੇਰ ਨੂੰ ਵੱਖ-ਵੱਖ ਸ਼ਰਾਈਨਸ ਅਤੇ ਇੰਪੀਰੀਅਲ ਟੋਮਸ ਵਿੱਚ ਸ਼ਰਧਾਂਜਲੀਆਂ ਭੇਂਟ ਕਰਨ ਲਈ ਜਾਂਦਾ ਹੈ। ਫਿਰ ਉਹ ਚਾਰਾਂ ਦਿਸ਼ਾਵਾਂ ਵੱਲ ਮੂੰਹ ਕਰਕੇ ਕੌਮ ਦੇ ਭਲੇ ਲਈ ਦੁਆਵਾਂ ਕਰਦਾ ਹੈ। ਇਸ ਤੋਂ ਬਾਅਦ ਹੀ ਮੰਦਰਾਂ ਅਤੇ ਸ਼ਰਾਈਨਸ ਵਿੱਚ ਨਵੇਂ ਸਾਲ ਦੇ ਫੰਕਸ਼ਨ ਸ਼ੁਰੂ ਹੁੰਦੇ ਹਨ। ਖੇਤੀਬਾੜੀ ਦਿਨੋਂ ਦਿਨ ਜਾਪਾਨ ਦੀ ਫਾਰਮਿੰਗ ਪਾਪੂਲੇਸ਼ਨ ਘਟ ਰਹੀ ਹੈ। ਇਸ ਵੇਲੇ ਜਾਪਾਨ ਵਿੱਚ ਤਕਰੀਬਨ 25% ਲੋਕ ਹੀ ਖੇਤੀ ਕਰਦੇ ਹਨ। ਮੁੱਖ ਫਸਲ ਚਾਵਲ ਹੀ ਹਨ। ਇਸ ਤੋਂ ਇਲਾਵਾ ਸਬਜ਼ੀਆਂ ਵੀ ਕਾਫੀ ਹੁੰਦੀਆਂ ਹਨ। ਖੇਤੀਬਾੜੀ ਵਾਲਾ ਏਰੀਆ ਚਾਹੇ ਘੱਟ ਹੀ ਹੈ, ਪਰ ਖੇਤੀ ਆਧੁਨਿਕ ਢੰਗਾਂ ਨਾਲ ਕਰਕੇ ਥੋੜ੍ਹੇ ਜਿਹੇ ਏਰੀਏ ਵਿੱਚੋਂ ਹੀ ਜ਼ਿਆਦਾ ਝਾੜ ਲਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ 1982 ਦੀ ਇੱਕ ਨੁਮਾਇਸ਼ ਵਿੱਚ ਇੱਕ ਜਾਪਾਨੀ ਕਿਸਾਨ ਨੇ ਟਮਾਟਰਾਂ ਦੇ ਬੂਟੇ ਨੂੰ 2000 ਟਮਾਟਰ ਲਗਾਉਣ ਦਾ ਰਿਕਾਰਡ ਕਾਇਮ ਕੀਤਾ ਸੀ। ਇਸੇ ਤਰ੍ਹਾਂ ਮੈਂ ਉੱਥੇ ਮੂਲੀਆਂ ਦਾ ਵੀ ਇੰਨਾ ਵੱਡਾ ਸਾਈਜ਼ ਦੇਖਿਆ ਜੋ ਮੈਂ ਅੱਜ ਤੱਕ ਹਿੰਦੁਸਤਾਨ ਵਿੱਚ ਕਦੇ ਨਹੀਂ ਸੀ ਵੇਖਿਆ। ਆਖਰ ਵਿੱਚ ਇਹੀ ਕਹਾਂਗੀ ਕਿ ਜਾਪਾਨ ਮੇਰੇ ਸੁਪਨਿਆਂ ਦਾ ਦੇਸ਼ ਹੈ। ਉੱਥੋਂ ਦੇ ਲੋਕਾਂ ਦੀ ਮਿਹਨਤ ਅਤੇ ਇਮਾਨਦਾਰੀ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਉੱਥੇ ਰਹਿੰਦਿਆਂ ਮੈਂ ਇਹ ਮਹਿਸੂਸ ਕੀਤਾ ਕਿ ਜਾਪਾਨੀ ਲੋਕਾਂ ਦਾ ਮੈਥ ਬਹੁਤ ਕਮਜ਼ੋਰ ਹੈ, ਕਿਉਂਕਿ ਉਹ ਛੋਟੇ ਤੋਂ ਛੋਟਾ ਹਿਸਾਬ ਕਿਤਾਬ ਕਰਨ ਲਈ ਕੈਲਕੂਲੇਟਰ ਦੀ ਵਰਤੋਂ ਕਰਦੇ ਸਨ। ਪਰ ਉਹਨਾਂ ਲੋਕਾਂ ਦਾ ਜੀਓਗ੍ਰਾਫੀ ਦਾ ਗਿਆਨ ਬਹੁਤ ਤੇਜ਼ ਹੈ। ਜਦੋਂ ਵੀ ਕਦੇ ਕੋਈ ਜਾਪਾਨੀ ਮੈਨੂੰ ਮਿਲਿਆ, ਭਾਵੇਂ ਉਹ ਘਰੇਲੂ ਔਰਤ ਹੀ ਹੋਵੇ, ਜਦੋਂ ਮੈਂ ਉਹਨਾਂ ਨੂੰ ਦੱਸਦੀ ਸੀ ਕਿ ਮੈਂ ਇੰਡੀਆ ਤੋਂ ਹਾਂ ਤਾਂ ਉਹ ਝੱਟ ਇੰਡੀਆ ਦਾ ਨਕਸ਼ਾ ਬਣਾ ਦਿੰਦੇ ਸਨ ਅਤੇ ਮੈਥੋਂ ਪੁੱਛਦੇ ਸਨ ਕਿ ਇੰਡੀਆ ਵਿੱਚ ਕਿਸ ਜਗ੍ਹਾ ਤੋਂ। ਜਦੋਂ ਮੈਂ ਕਹਿੰਦੀ ਕਿ ਮੈਂ ਪੰਜਾਬ ਤੋਂ ਹਾਂ ਤਾਂ ਉਹਨਾਂ ਦੀ ਇਹ ਜਾਣਨ ਦੀ ਉਤਸੁਕਤਾ ਹੋਰ ਵੀ ਵੱਧ ਜਾਂਦੀ ਕਿ ਇੰਡੀਆ ਦੇ ਨਕਸ਼ੇ ਵਿੱਚ ਪੰਜਾਬ ਕਿੱਥੇ ਹੈ। ਮੈਂ ਮੇਰੀਆਂ ਜਾਪਾਨੀ ਸਹੇਲੀਆਂ ਨਾਲ ਇੰਨਾ ਘੁਲ ਮਿਲ ਗਈ ਸੀ ਕਿ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਸੀ ਹੋਇਆ ਕਿ ਮੈਂ ਇੱਥੇ ਇਕੱਲੀ ਰਹਿੰਦੀ ਹਾਂ ਅਤੇ 1.5 ਸਾਲ ਦਾ ਸਮਾਂ ਇੱਕ ਸੁਪਨੇ ਦੀ ਤਰ੍ਹਾਂ ਬੀਤ ਗਿਆ। ਐਡਵਾਂਸਡ ਟੈਕਨੋਲੋਜੀ ਬਾਰੇ ਜਿੰਨਾ ਗਿਆਨ ਮੈਨੂੰ ਜਾਪਾਨ ਵਿੱਚ 1.5 ਸਾਲ ਰਹਿ ਕੇ ਹੋਇਆ, ਉਨਾ ਹਿੰਦੁਸਤਾਨ ਵਿੱਚ 25 ਸਾਲ ਰਹਿ ਕੇ ਵੀ ਨਹੀਂ ਸੀ ਹੋਇਆ। ਭਵਿੱਖ ਵਿੱਚ ਮੈਨੂੰ ਕਦੇ ਵੀ ਜਾਪਾਨ ਦੁਬਾਰਾ ਜਾਣ ਦਾ ਮੌਕਾ ਮਿਲਿਆ ਤਾਂ ਹੱਥੋਂ ਨਹੀਂ ਜਾਣ ਦਿਆਂਗੀ। ਅਖੀਰ ਵਿੱਚ ਵਿਦੇਸ਼ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜੇਕਰ ਵਿਦੇਸ਼ ਪੜ੍ਹਾਈ ਕਰਨ ਦਾ ਸ਼ੌਕ ਹੈ ਤਾਂ ਕੋਈ ਸਕਾਲਰਸ਼ਿਪ ਲੈ ਕੇ ਹੀ ਜਾਓ, ਤਾਂ ਹੀ ਤੁਸੀਂ ਪੜ੍ਹਾਈ ਦੇ ਨਾਲ ਨਾਲ ਉਸ ਦੇਸ਼ ਦੇ ਰਹਿਣ ਸਹਿਣ ਦਾ ਪੂਰਾ ਆਨੰਦ ਮਾਣ ਸਕਦੇ ਹੋ। ਧੰਨਵਾਦ।